ਅੱਜ ਨਗਰ ਕੌਂਸਲ ਭੋਗਪੁਰ ਵਿਖੇ ਨਗਰ ਕੌਂਸਲ ਵੱਲੋਂ ਕੁਝ ਪ੍ਰੋਗਰਾਮ ਜਿਹੜੇ ਉਲੀਕੇ ਗਏ ਆ। ਆਓ ਆਪਾਂ ਈਓ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੇ ਪ੍ਰੋਗਰਾਮ ਉਲੀਕੇ ਗਏ ਇਹਨਾਂ ਦਾ ਕੀ ਮਕਸਦ ਹੈ ਔਰ ਕਿਹੜੇ ਪ੍ਰੋਗਰਾਮ ਆ ਜਿਹੜੇ ਇਹ ਉਲੀਕੇ ਗਏ ਆ। ਹਾਂਜੀ ਸਰ, ਅੱਜ ਦਾ ਜਿਹੜਾ ਨਗਰ ਕੌਂਸਲ ਵਿੱਚ ਜਿਹੜੇ ਪ੍ਰੋਗਰਾਮ ਕੀਤੇ ਗਏ ਇਹ ਕਿਹੜੇ ਪ੍ਰੋਗਰਾਮ ਕੀਤੇ ਗਏ ਔਰ ਇਸ ਪ੍ਰੋਗਰਾਮ ਦੇ ਕੀ ਮਕਸਦ ਨੇ? ਅੱਜ ਸਵੱਛ ਭਾਰਤ ਤਹਿਤ ਨਗਰ ਕੌਂਸਲ ਵੱਲੋਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਜਿਹੜਾ ਮਨਾਇਆ ਜਾ ਰਿਹਾ, ਜਿਹਦੇ ਵਿੱਚ ਜਿਹੜੇ ਸਾਡੇ ਕਰੋਨਾ ਯੋਧੇ ਕਹਿ ਸਕਦੇ ਹਾਂ, ਸਾਡੇ ਨਗਰ ਕੌਂਸਲ ਦੇ ਸਿਪਾਹੀ ਕਹਿ ਸਕਦੇ ਹਾਂ, ਜਿਹੜੇ ਸਾਡੇ ਨਗਰ ਕੌਂਸਲ ਦੇ ਸ਼ਹਿਰ ਦੀ ਜਿਹੜੀ ਪੂਰੇ ਦੀ ਸਫਾਈ ਕਰਦੇ ਆ, ਉਹਨਾਂ ਨੂੰ ਅੱਜ ਉਹਨਾਂ ਦੀਆਂ ਜਿਹੜੀਆਂ ਵਡਮੁੱਲੀਆਂ ਸੇਵਾਵਾਂ ਬਦਲੇ ਨਗਰ ਕੌਂਸਲ ਦੇ ਸਮੂਹ ਕੌਂਸਲਰ ਅਤੇ ਪ੍ਰਧਾਨ ਜੀ ਵੱਲੋਂ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਅਸੀਂ ਉਹਨਾਂ ਨੂੰ ਸਨਮਾਨ ਕਰਕੇ ਬੜਾ ਆਪਣੇ ਆਪ ਨੂੰ ਫਖਰ ਮਹਿਸੂਸ ਕਰਦੇ ਹਾਂ। ਉਸੇ ਹੀ ਤਹਿਤ ਹੀ ਨਗਰ ਕੌਂਸਲ ਵੱਲੋਂ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ। ਨਗਰ ਕੌਂਸਲ ਵੱਲੋਂ ਆਮ ਪਬਲਿਕ ਨੂੰ, ਆਮ ਲੋਕਾਂ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਪ੍ਰਦਰਸ਼ਨੀ ਦੇ ਰਾਹੀਂ। ਸਭ ਤੋਂ ਪਹਿਲਾਂ ਇੱਕ ਅਸੀਂ ਪ੍ਰਦਰਸ਼ਨੀ ਦੇ ਵਿੱਚ ਲਾਇਆ ਜਿਹੜਾ ਅਸੀਂ ਕੂੜੇ ਤੋਂ ਜੈਵਿਕ ਖਾਦ ਜਿਹੜੀ ਤਿਆਰ ਕਰਦੇ ਹਾਂ। ਨਗਰ ਕੌਂਸਲ ਦੇ ਜਿਹੜਾ ਸ਼ਹਿਰ ਦਾ ਜਿਹੜਾ ਗਿੱਲਾ ਕੂੜਾ ਹੁੰਦਾ, ਉਸ ਕੂੜੇ ਨੂੰ ਲਿਜਾ ਕੇ ਅਸੀਂ ਪਿਟਸ ਦੇ ਵਿੱਚ ਰੱਖਦੇ ਹਾਂ। ਸਾਡੇ ਜਿਹੜੇ ਸਫਾਈ ਸੇਵਕ ਆ, ਜਿਹੜੇ ਸਾਡੇ ਸਿਪਾਹੀ ਆ, ਉਹ ਕੂੜਾ ਜਿਹੜਾ ਉਹਦੇ ਵਿੱਚ ਪਾਉਂਦੇ ਆ, ਅਤੇ ਉਹ ਜਿਹੜਾ 1 ਮਹੀਨੇ ਦਾ ਲਗਭਗ ਪ੍ਰੋਸੈਸ ਹੈਗਾ। ਮਹੀਨੇ 'ਚ ਪ੍ਰੋਸੈਸਿੰਗ ਹੋਣ ਤੋਂ ਬਾਅਦ ਉਹ ਕੂੜੇ ਦੀ ਜਿਹੜੀ ਖਾਦ ਤਿਆਰ ਹੋ ਜਾਂਦੀ ਹੈ। ਉਹ ਕੂੜੇ ਦੀ ਜਿਹੜੀ ਖਾਦ ਆ ਉਹ ਤੁਹਾਡੇ ਸਾਹਮਣੇ ਅਸੀਂ ਕੂੜੇ ਦੀ ਖਾਦ ਜਿਹੜੀ ਤਿਆਰ ਕੀਤੀ ਹੋਈ ਆ। ਇਹ ਜਿਹੜੀ ਖਾਦ ਆ ਅਸੀਂ ਸਬਜ਼ੀਆਂ ਨੂੰ ਪਾ ਸਕਦੇ ਹਾਂ, ਖੇਤਾਂ ਨੂੰ ਪਾ ਸਕਦੇ ਹਾਂ। ਇਹ ਮੇਰੇ ਹਿਸਾਬ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੀ ਬੇਨਤੀ ਹੈ ਵੀ ਜਿਹੜਾ ਕੂੜਾ ਆ ਉਹ ਅਲੱਗ-ਅਲੱਗ ਸਾਨੂੰ ਕਰਕੇ ਦਿਓ। ਸਰ, ਇਹ ਖਾਦ ਜਿਹੜੀ ਜੈਵਿਕ ਖਾਦ ਬਣਾਈ, ਇਹਦੇ ਆਪਾਂ ਨੂੰ ਦੂਜੀ ਖਾਦ ਨਾਲੋਂ ਇਸ ਖਾਦ ਦੇ ਵਿੱਚ ਅੰਤਰ ਕੀ ਇਹਦੇ ਫਾਇਦੇ ਹੋ ਸਕਦੇ ਆਪਾਂ ਨੂੰ? ਇਹਦੇ ਵਿੱਚ ਮੈਂ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ, ਜਿਹੜੀ ਦੂਸਰੀ ਖਾਦ ਆ ਜਿਵੇਂ ਯੂਰੀਆ ਖਾਦ ਜਾਂ ਡਾਇਆ ਖਾਦ, ਉਹਦੇ ਵਿੱਚ ਤੁਹਾਨੂੰ ਵੀ ਪਤਾ ਕਾਫੀ ਰਸਾਇਣਕ ਖਾਦਾਂ, ਉਹ ਕੈਮੀਕਲ ਹੁੰਦੇ ਕਾਫੀ। ਉਹ 'ਚ ਜਿਹੜੀ ਇਹ ਵਾਲੀ ਖਾਦ ਹੈ ਬਿਲਕੁਲ ਦੇਸੀ ਖਾਦ ਆ। ਇਹਦੇ 'ਚ ਜਿਹੜੀ ਇਹ ਖਾਦ ਪਾਉਣ ਦੇ ਨਾਲ ਉਪਜ ਵੀ ਬਹੁਤ ਵਧੀਆ ਹੁੰਦੀ ਹੈ। ਉਹ ਜਿਹੜੀਆਂ ਸਬਜ਼ੀਆਂ ਜਾਂ ਉਹ ਜਿਹੜੀਆਂ ਫਸਲਾਂ ਜਿਹਨੂੰ ਇਹ ਖਾਦ ਪਾਈ ਜਾਂਦੀ ਆ, ਉਹ ਸਾਡੇ ਸਿਹਤ ਲਈ, ਸਾਡੀ ਜਿਹੜੀ ਹੈਲਥ ਦੇ ਲਈ ਨੁਕਸਾਨਦੇਹ ਵੀ ਨਹੀਂ ਹੈ। ਇਸ ਤੋਂ ਇਲਾਵਾ ਜਿਹੜਾ ਇਹ ਨਗਰ ਕੌਂਸਲ ਵੱਲੋਂ ਇੱਕ ਸੈਕਿੰਡ ਜਿਹੜੀ ਪ੍ਰਦਰਸ਼ਨੀ ਲਗਾਈ ਹੋਈ ਹੈ, ਉਹ ਇਹ ਹੈ ਜਿਹੜੀ ਅਸੀਂ ਆਮ ਜਿਹੜੀ ਘਰਾਂ ਦੇ ਵਿੱਚ ਸਾਡੇ ਪਲਾਸਟਿਕ ਨਿਕਲਦੀ ਆ, ਕਈ ਲੋਕ ਜਿਹੜਾ ਕੋਲਡ ਡਰਿੰਕ ਜਾਂ ਕੋਈ ਹੋਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਘਰ ਦੇ ਵਿੱਚ ਵਰਤਦੇ ਆ, ਉਹ ਜਿਹੜੀਆਂ ਬੋਤਲਾਂ ਖਾਲੀ ਹੋ ਜਾਂਦੀਆਂ, ਅਸੀਂ ਕੀ ਕਰਦੇ ਹਾਂ, ਉਹ ਖਾਲੀ ਬੋਤਲਾਂ ਜਿਹੜੀਆਂ ਕੂੜੇ ਸੁੱਟ ਦਿੰਦੇ ਆ। ਜਿਹੜੇ ਕੂੜੇ 'ਚ ਸੁੱਟਣ ਤੋਂ ਬਾਅਦ ਸਾਨੂੰ ਉੱਥੇ ਲੈ ਕੇ ਜਾਣੀਆਂ ਪੈਂਦੀਆਂ। ਕਈ ਵਾਰ ਉਹ ਜਿਹੜਾ ਪਲਾਸਟਿਕ ਫਿਰ ਵੀ ਉਹ ਕੂੜੇ ਦੇ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਰਹਿ ਜਾਂਦਾ। ਅਸੀਂ ਪੂਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਅਸੀਂ ਇੱਕ ਜਿਹੜੀ ਪ੍ਰਦਰਸ਼ਨੀ ਲਾਈ ਹੈ, ਇਹਦੇ ਵਿੱਚ ਇੱਕ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜਿਹੜੀਆਂ ਖਾਲੀ ਬੋਤਲਾਂ ਉਹਨਾਂ ਨੂੰ ਕੱਟ ਕੇ ਉਹਨਾਂ ਦੇ ਵਿੱਚ ਅਸੀਂ ਪਲਾਂਟੇਸ਼ਨ ਕਰ ਸਕਦੇ ਹਾਂ, ਬੂਟੇ ਲਗਾ ਕੇ, ਅਤੇ ਵਧੀਆ ਆਪਣੇ ਘਰ ਨੂੰ ਸਜਾ ਕੇ ਰੱਖ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜੀ ਇੱਕ ਤੀਜੀ ਪ੍ਰਦਰਸ਼ਨੀ ਲਗਾਈ ਗਈ ਹੈ, ਉਹ ਜਿਹੜੀ ਬਰਤਨਾਂ ਦੀ ਪ੍ਰਦਰਸ਼ਨੀ ਹੈ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਜਿਹੜੇ ਫੰਕਸ਼ਨ ਹੁੰਦੇ, ਕੋਈ ਮੈਰਿਜ ਹੁੰਦੀ ਹੈ, ਕੋਈ ਭੋਗ ਹੁੰਦੇ ਆ, ਆਮ ਘਰਾਂ 'ਚ ਜਿਹੜੇ ਅੱਜ ਕੱਲ੍ਹ ਫੰਕਸ਼ਨ ਹੁੰਦੇ ਆ, ਉਹਦੇ ਵਿੱਚ ਜਿਹੜਾ ਡਿਸਪੋਜ਼ੇਬਲ ਸਮਾਨ ਜਿਹੜਾ ਵਰਤਿਆ ਜਾ ਰਿਹਾ, ਉਹ ਡਿਸਪੋਜ਼ੇਬਲ ਜਿਹੜਾ ਸਮਾਨ ਆ, ਉਹ ਮਤਲਬ ਇੰਨਾ ਕੁ ਸਾਡੇ ਲਈ, ਸਾਡੀ ਸਿਹਤ ਲਈ, ਸਾਰਿਆਂ ਦੇ ਲਈ ਇੰਨਾ ਕੁ ਘਾਤਕ ਆ। ਉਹ ਜਿਹੜਾ ਸਮਾਨ ਆ, ਅਸੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਬਈ ਉਹ ਸਮਾਨ ਨੂੰ ਨਾ ਵਰਤੀਏ। ਇਹ ਸਾਡੇ ਕੋਲ ਜਿਹੜਾ ਬਰਤਨ ਭੰਡਾਰ ਦੀ ਅਸੀਂ ਜਿਹੜੀ ਇਹ ਐਗਜ਼ੀਬਿਸ਼ਨ ਲਾਈ ਆ, ਪ੍ਰਦਰਸ਼ਨੀ ਲਾਈ ਆ, ਉਹਦੇ ਵਿੱਚ ਇਹ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਭਾਂਡਿਆਂ ਨੂੰ ਵਰਤੋ, ਤਾਂ ਕਿ ਇਹ ਭਾਂਡਿਆਂ ਨੂੰ ਅਸੀਂ ਦੁਬਾਰਾ ਜਿੰਨੀ ਮਰਜ਼ੀ ਰੀਯੂਜ਼ ਕਰ ਸਕਦੇ ਹਾਂ, ਵਰਤ ਸਕਦੇ ਹਾਂ। ਜਿਹੜਾ ਡਿਸਪੋਜ਼ੇਬਲ ਸਮਾਨ ਅਸੀਂ ਲੈ ਕੇ ਆਉਂਦੇ ਹਾਂ, ਉਹਦੇ ਵਿੱਚ ਜ਼ਿਆਦਾਤਰ ਪਲਾਸਟਿਕ ਦੀ ਮਾਤਰਾ ਹੁੰਦੀ ਆ, ਜਾਂ ਹੋਰ ਵੀ ਜਿਹੜੇ ਬੜੇ ਨੁਕਸਾਨ ਦੇ ਜਿਹੜੀਆਂ ਚੀਜ਼ਾਂ ਉਹ ਜਿਹੜੀਆਂ ਡਿਸਪੋਜ਼ੇਬਲ ਉਹਦੇ ਵਿੱਚ ਆ ਰਹੀਆਂ, ਡਿਸਪੋਜ਼ੇਬਲ ਦੇ ਵਿੱਚ। ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਕੀ ਸਾਰੇ ਆਮ ਪਬਲਿਕ ਨੂੰ ਵੀ ਮੇਰੀ ਬੇਨਤੀ ਹੈ, ਰਿਕੁਐਸਟ ਹੈ ਵੀ ਉਹ ਜਿਹੜਾ ਡਿਸਪੋਜ਼ੇਬਲ ਸਮਾਨ ਆ, ਉਹ ਆਪਣੇ ਵਿਆਹਾਂ ਸ਼ਾਦੀਆਂ 'ਚ, ਆਪਣੇ ਫੰਕਸ਼ਨਾਂ 'ਚ ਉਹ ਡਿਸਪੋਜ਼ੇਬਲ ਜਿਹੜਾ ਸਮਾਨ ਉਹ ਨਾ ਵਰਤਿਆ ਜਾਵੇ। ਇਹੋ ਜਿਹਾ ਸਮਾਨ ਵਰਤਿਆ ਜਾਵੇ ਜਿਹਨੂੰ ਅਸੀਂ ਰੀਯੂਜ਼ ਵੀ ਕਰ ਸਕਦੇ ਹਾਂ ਅਤੇ ਸਾਡੀ ਜਿਹੜੀ ਸਿਹਤ ਦੇ ਲਈ ਨੁਕਸਾਨਦੇਹ ਵੀ ਨਹੀਂ ਹੈ। ਇਸ ਪ੍ਰੋਗਰਾਮ ਦੇ ਵਿੱਚ ਅੱਜ ਸੀਨੀਅਰ ਪੱਤਰਕਾਰ ਕਮਲਜੀਤ ਸਿੰਘ ਡੱਲੀ ਜੀ ਵੀ ਪਹੁੰਚੇ ਆ, ਜਿਹੜੇ ਕਿ ਇੱਕ ਸਿਰਫ ਪੱਤਰਕਾਰ ਹੀ ਨਹੀਂ, ਇਹ ਸਮਾਜ ਸੇਵਾ ਦੇ ਹਰ ਕੰਮ ਦੇ ਵਿੱਚ ਵੀ ਅੱਗੇ ਰਹਿੰਦੇ ਆ। ਉਹਨਾਂ ਨੂੰ ਇਹਦੇ ਬਾਰੇ ਗੱਲ ਕਰਦੇ ਆ ਉਹਨਾਂ ਨਾਲ। ਹਾਂਜੀ ਸਰ, ਅੱਜ ਤੁਸੀਂ ਇਸ ਪ੍ਰਦਰਸ਼ਨੀ ਵਿੱਚ ਪਹੁੰਚੇ ਆ, ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਉਹਨਾਂ ਸਫਾਈ ਕਰਮਚਾਰੀਆਂ ਨੂੰ ਵਧਾਈ ਦਿੰਦਾ, ਕਿਉਂਕਿ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਜਦੋਂ ਕਰੋਨਾ ਮਹਾਮਾਰੀ 'ਚ ਸਾਰੀ ਦੁਨੀਆ ਘਰਾਂ 'ਚ ਬੰਦ ਹੋ ਕੇ ਰਹਿ ਗਈ ਅਤੇ ਆਪੋ ਆਪਣੇ ਘਰਾਂ 'ਚ ਲੋਕਾਂ ਨੇ ਆਪਣੇ ਆਪ ਨੂੰ ਸੇਫ ਰੱਖਣ ਦੀ ਕੋਸ਼ਿਸ਼ ਕੀਤੀ। ਉੱਥੇ ਹੀ ਸ਼ਹਿਰ ਦੀ ਸਫਾਈ ਲਈ
ਜਿਹੜਾ ਵਿਸ਼ੇਸ਼ ਤੌਰ ਤੇ ਸਾਡੇ ਇਹ ਵਧਾਈ ਦੇ ਪਾਤਰ ਨੇ ਇਹ ਸਫਾਈ ਕਰਮਚਾਰੀ, ਇਹਨਾਂ ਨੇ ਉਸ ਜਿਹੜੇ ਖਤਰਨਾਕ ਦੌਰ ਦੇ ਵਿੱਚ ਵੀ ਸਫਾਈ ਦਾ ਕਾਰੋਬਾਰ ਜਿਹੜਾ ਆਪਣਾ ਕੰਮ ਆ ਉਹ ਬਿਲਕੁਲ ਨਿਰਵਿਘਨ ਚਾਲੂ ਰੱਖਿਆ। ਸੋ ਮੈਂ ਇੱਕ ਵਾਰ ਫਿਰ ਇਹਨਾਂ ਨੂੰ ਵਧਾਈ ਦਿੰਦਾ। ਉੱਥੇ ਮੈਂ ਨਗਰ ਕੌਂਸਲ ਦਾ ਤੇ ਈਓ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹਾਂ ਕਿ ਇਹਨਾਂ ਨੇ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਅੱਜ ਇੱਥੇ ਸਨਮਾਨਿਤ ਕੀਤਾ। ਉੱਥੇ ਦੂਜਾ ਮੈਂ ਗੱਲ ਇਹ ਕਰਨੀ ਚਾਹੁੰਦਾ ਕਿ ਹੁਣ ਜਿਹੜੇ ਜਿੰਨੇ ਵੀ ਸ਼ਹਿਰ ਡਿਵੈਲਪ ਹੋਏ ਆ ਉਹਨਾਂ ਵਿੱਚ ਜਿਹੜਾ ਸਭ ਤੋਂ ਵੱਡੀ ਜਿਹੜੀ ਇਸ ਲਈ ਪ੍ਰੋਬਲਮ ਆ ਰਹੀ ਆ ਉਹ ਕੂੜੇ ਦੀ ਆ ਰਹੀ ਆ। ਤੁਸੀਂ ਦੇਖਿਆ ਹੋਣਾ ਦਿੱਲੀ ਜਦੋਂ ਤੁਸੀਂ ਐਂਟਰ ਕਰਦੇ ਆ ਖੱਬੇ ਹੱਥ ਇੱਕ ਪੂਰਾ ਪਹਾੜ ਦਾ ਪਹਾੜ ਹੀ ਕੂੜੇ ਦਾ ਬਣ ਗਿਆ। ਇਸੇ ਤਰ੍ਹਾਂ ਬਰਿਆਣਾ ਡੰਪ ਹੈ ਜਲੰਧਰ ਤੇ ਪਰ ਉਹ ਸਾਡੇ ਪਿੰਡ ਵੀ ਜਦੋਂ ਪਹਿਲੋਂ ਆਪਾਂ ਦੇਖੀਦਾ ਸੀ ਭੋਗਪੁਰ 'ਚ ਸਾਡੇ ਕੋਈ ਇਦਾਂ ਦਾ ਕੋਈ ਕੂੜੇ ਦਾ ਨਹੀਂ ਹੁੰਦਾ ਸੀ। ਪਹਿਲੋਂ ਤਕਰੀਬਨ ਇਹੋ ਜਿਹਾ ਸਮਾਨ ਹੁੰਦਾ ਸੀ ਵੀ ਜਿਹੜਾ ਗਲ ਜਾਂਦਾ ਸੀ ਤਾਂ ਉਹਨਾਂ ਨੂੰ ਖਾਦ ਨੂੰ ਖੇਤਾਂ ਵਿੱਚ ਪਾ ਦਿੱਤਾ ਜਾਂਦਾ ਸੀ। ਪਰ ਹੁਣ ਦਿਨੋਂ ਦਿਨ ਜਿਹੜੇ ਇਹ ਪਲਾਸਟਿਕ ਦੀ ਜਿਹੜੀ ਧੜਕ ਵਰਤੋਂ ਹੋ ਰਹੀ ਆ ਉਹਦੇ ਨਾਲ ਜਿਹੜਾ ਕੂੜੇ ਦਾ ਡੰਪ ਜਿਹੜਾ ਆ ਉਹ ਦਿਨੋਂ ਦਿਨ ਪਹਾੜ ਰੂਪੀ ਰੂਪ ਲਈ ਜਾਂਦਾ ਆ। ਸੋ ਇਹਦੇ ਵਿੱਚ ਕੋਈ ਸਰਕਾਰ ਇਸ ਨੂੰ ਰੋਕ ਨਹੀਂ ਸਕਦੀ ਜਿੰਨਾ ਚਿਰ ਆਮ ਇਨਸਾਨ ਇਹਦੇ ਵਿੱਚ ਹਿੱਸਾ ਨਹੀਂ ਪਾਊਗਾ। ਅਸੀਂ ਸਾਰੇ ਇਕੱਠੇ ਹੋ ਕੇ ਇੱਕ ਹੰਬਲਾ ਮਾਰ ਕੇ ਪਲਾਸਟਿਕ ਨੂੰ ਨਾ ਕਰਕੇ ਜਾਂ ਇਸ ਪਲਾਸਟਿਕ ਨੂੰ ਜਿਹੜੀ ਕੋਈ ਜ਼ਰੂਰੀ ਵਰਤੋਂ 'ਚ ਆਉਂਦੀ ਆ ਉਹਨੂੰ ਵੱਖਰਿਆਂ ਰੱਖਿਆ ਜਾਵੇ। ਜਿਹੜਾ ਗਲਣ ਵਾਲਾ ਕੂੜਾ ਜਿਹੜਾ ਜਿਸ ਤੋਂ ਖਾਦ ਬਣਾਈ ਜਾ ਸਕਦੀ ਉਹਨੂੰ ਵੱਖਰਾ ਰੱਖ ਕੇ ਜੇ ਅਸੀਂ ਠਾਣ ਲਈਏ ਹਰ ਘਰ ਹਰ ਪਰਿਵਾਰ ਹਰ ਮੈਂਬਰ ਤੇ ਤਾਂ ਹੀ ਇਹਦੀ ਸਮੱਸਿਆ 'ਤੇ ਕਾਬੂ ਪਾਇਆ ਜਾ ਸਕਦਾ। ਨਹੀਂ ਤਾਂ ਆਉਣ ਵਾਲੀ ਪੀੜ੍ਹੀ ਲਈ ਅਸੀਂ ਬਹੁਤ ਵੱਡੀ ਇਹ ਸਮੱਸਿਆ ਛੱਡ ਕੇ ਜਾਵਾਂਗੇ। ਸਰ ਨਗਰ ਕੌਂਸਲ ਭੋਗਪੁਰ ਵੱਲੋਂ ਬਹੁਤ ਹੀ ਜਿਹੜਾ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਬਾਹਰਲੀ ਸਫਾਈ ਦੇ ਨਾਲ ਨਾਲ ਲੋਕਾਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾ ਰਿਹਾ ਜੈਵਿਕ ਖਾਦ ਬਣਾ ਕੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ ਇਹ ਜਿਹੜੀ ਜੈਵਿਕ ਖਾਦ ਹੈ ਇੱਕ ਤਾਂ ਰਸਾਇਣਿਕ ਖਾਦ ਆ। ਜਦੋਂ ਅਸੀਂ ਆਪਣੇ ਘਰ ਦੀ ਬਗੀਚੀ 'ਚ ਜੇ ਆਪਾਂ ਸਬਜ਼ੀਆਂ ਜਾਂ ਫਲ ਫਰੂਟ ਲਾਉਂਦੇ ਆ ਅਤੇ ਉਹਨੂੰ ਜਿਹੜੀਆਂ ਜੈਵਿਕ ਖਾਦਾਂ ਪਾਵਾਂਗੇ ਤਾਂ ਉਹ ਸਾਡੇ ਸਿਹਤ ਲਈ ਨੁਕਸਾਨਦੇਹ ਨੇ। ਇਹ ਜਿਹੜੀ ਖਾਦ ਆ ਇਹ ਬਿਲਕੁਲ ਦੇਸੀ ਖਾਦ ਆ। ਇਹਦੇ 'ਚ ਕੋਈ ਇੱਦਾਂ ਦਾ ਤੱਤ ਨਹੀਂ ਜਿਹੜਾ ਕਿ ਨੁਕਸਾਨਦੇਹ ਹੋਊਗਾ। ਸੋ ਆਪਣੇ ਜਿੱਥੇ ਬਗੀਚੀਆਂ 'ਚ ਫਲ ਫਰੂਟ ਲਈ ਤੁਸੀਂ ਸਬਜ਼ੀਆਂ ਲਈ ਇਹਨੂੰ ਯੂਜ਼ ਕਰ ਸਕਦੇ ਆ। ਉੱਥੇ ਬਹੁਤ ਸਾਰੇ ਜਿੱਦਾਂ ਘਰਾਂ 'ਚ ਜਿਨ੍ਹਾਂ ਨੇ ਨਹੀਂ ਵੀ ਬਗੀਚੀ ਉਹਨੇ ਗਮਲੇ ਰੱਖ ਕੇ ਘੱਟੋ ਘੱਟ ਕੋਈ ਫੁੱਲ ਬੂਟੇ ਲਗਾਏ ਹੁੰਦੇ ਆ ਉਹਨਾਂ ਵਿੱਚ ਵੀ ਜਿਹੜੀ ਇਹ ਖਾਦ ਯੂਜ਼ ਕੀਤੀ ਜਾ ਸਕਦੀ ਆ। ਅਤੇ ਇਹਦੇ ਨਾਲ ਹੀ ਜਿਹੜੀ ਆ ਇੱਕ ਤਾਂ ਬੂਟਾ ਤੰਦਰੁਸਤ ਰਹੂਗਾ, ਦੂਜਾ ਇਹਦੇ ਨਾਲ ਆਪਾਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਇਹ ਸਹਿਯੋਗ ਉਹਨਾਂ ਨੂੰ ਇੱਕ ਰਾਹ ਦਸੇਰਾ ਬਣ ਸਕਦੇ ਆ ਕਿ ਭਾਈ ਇਸ ਤਰ੍ਹਾਂ ਕਰਕੇ ਇਸ ਜਿਹੜੇ ਕੰਮ ਤੋਂ ਨਿਜਾਤ ਪਾਈ ਜਾ ਸਕਦੀ ਹੈ। ਇਸ ਪ੍ਰੋਗਰਾਮ ਦੇ ਵਿੱਚ ਐਮਸੀ ਜਸਪਾਲ ਸਿੰਘ ਜੀ ਵੀ ਪਹੁੰਚੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਪ੍ਰੋਗਰਾਮ ਨੂੰ ਲੈ ਕੇ। ਹਾਂਜੀ ਸਰ, ਅੱਜ ਦੇ ਜਿਹੜੇ ਪ੍ਰੋਗਰਾਮ ਨੂੰ ਲੈ ਕੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਮਾਜ ਨੂੰ? ਸਮਾਜ ਨੂੰ ਮੈਸੇਜ ਮੈਂ ਇਹੀ ਦੇਣਾ ਚਾਹੁੰਦਾ, ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਸਫਾਈ ਸੇਵਕਾਂ ਦਾ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਤੇ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਜਿੱਥੇ ਵੀ ਜਾਣੀ ਲੋੜ ਪਈ ਆ ਇਹ ਦਿਨ ਰਾਤ ਇੱਕ ਕਰਦੇ ਸੀ। ਲੋਕੀ ਹਰ ਕਿਸੇ ਨੂੰ ਇਹ ਕਿਹਾ ਜਾਂਦਾ ਹੈਗਾ ਵੀ ਤੁਸੀਂ ਘਰ ਦੇ ਵਿੱਚ ਬੈਠੋ, ਬਾਹਰ ਨਹੀਂ ਨਿਕਲਣਾ। ਇਹ ਬੰਦੇ ਇਹੋ ਜਿਹੇ ਸੀਗੇ ਜਿਹੜੇ ਸਾਡੇ ਇੱਕ ਫੋਨ 'ਤੇ ਜਾਂ ਇੱਕ ਵਾਰੀ ਕਹਿਣ 'ਤੇ ਭੱਜੇ ਫਿਰਦੇ ਸੀ, ਸਪਰੇਅ ਕਰਦੇ ਸੀ, ਸਾਰਾ ਕੁਝ ਇਹਨਾਂ ਦੀ ਜ਼ਿੰਮੇਵਾਰੀ ਸੀ। ਇਹਨਾਂ ਨੇ ਆਪਣੇ ਆਪ ਨੂੰ ਜਾਣੀ ਇਹ ਸਮਝਿਆ ਸੀਗਾ ਵੀ ਅਸੀਂ ਕਰੋਨਾ ਨੂੰ ਹਰਾਉਣਾ। ਸਾਡੇ ਦਫ਼ਤਰ ਦੇ ਸਹਿਯੋਗ ਨਾਲ ਸਫਾਈ ਸੇਵਕਾਂ ਦੀ ਮਦਦ ਨਾਲ ਭੋਗਪੁਰ ਦੇ ਵਿੱਚ ਘੱਟ ਤੋਂ ਘੱਟ ਕਰੋਨਾ ਕੇਸ ਵੀ ਆਏ ਆ ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਬਾਕੀ ਅੱਜ ਗਾਂਧੀ ਜੀ ਦਾ ਜਿਹੜਾ ਹੈਗਾ ਆ ਉਹਦੇ ਨਾਲ ਵੀ ਬਹੁਤ ਬਹੁਤ ਲੋਕਾਂ ਨੂੰ ਸਫਾਈ ਦਾ ਸੰਦੇਸ਼ ਦਿੰਦੇ ਆ ਕਿ ਜਿਹੜੇ ਰੋਡ 'ਤੇ ਕੂੜਾ ਸੁੱਟਦੇ ਆ ਇੱਕ 50 ਰੁਪਏ ਦੀ ਖਾਤਰ ਘਰਾਂ ਦੇ ਵਿੱਚੋਂ ਬਾਹਰ ਕੂੜਾ ਸੁੱਟਦੇ ਉਹਨਾਂ ਨੂੰ ਬੇਨਤੀ ਕਰਦੇ ਆ ਨਗਰ ਕੌਂਸਲ ਭੋਗਪੁਰ ਵੱਲੋਂ ਵੀ ਜੇ ਕੱਲ੍ਹ ਨੂੰ ਤੁਹਾਡਾ ਕਿਸੇ ਦਾ ਚਲਾਨ ਹੋ ਗਿਆ ਫਿਰ ਜੋ ਕਿਸੇ ਕਾਉਂਸਲਰ ਦੇ ਜਾਂ ਹੋਰ ਕਿਸੇ ਦੇ ਤੁਸੀਂ ਫੋਨ ਕਰਾਉਂਦੇ ਆ ਦਫ਼ਤਰ ਦੇ ਵਿੱਚ ਉਹਦੇ ਨਾਲ ਬਿਹਤਰ ਆ ਤੁਸੀਂ ਆਪਣੀ ਜ਼ਿੰਮੇਵਾਰੀ ਸਮਝੋ ਤਾਂ ਕਿ ਕਿਸੇ ਨੂੰ ਵੀ ਕੋਈ ਕਸ਼ਟ ਨਾ ਹੋਵੇ। ਕਿਸੇ ਦੇ ਮੂਹਰੇ ਜਾ ਕੇ ਕੂੜਾ ਸੁੱਟ ਦਿੰਦੇ ਘਰ ਦੇ ਮੂਹਰੇ, ਅਗਲਾ ਕਮੇਟੀ 'ਚ ਕੰਪਲੇਂਟ ਕਰਦਾ ਇੱਥੇ ਆਣ ਕੇ ਸਫਾਈ ਸੇਵਕਾਂ ਨੂੰ ਗਲਤ ਬੋਲਦਾ। ਅਸੀਂ ਚਾਹੁੰਦੇ ਆ ਉਹਨਾਂ ਨੂੰ ਵਾਰ-ਵਾਰ ਇਹੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਕੂੜਾ ਡੋਰ ਟੂ ਡੋਰ ਬੰਦੇ ਜਿਹੜੇ ਰੱਖੇ ਹੋ ਆ ਕਮੇਟੀ ਦੇ ਸਫਾਈ ਸੇਵਕ ਉਹਨਾਂ ਦਾ ਸਹਿਯੋਗ ਕਰੋ, ਉਹਨਾਂ ਨੂੰ ਕੂੜਾ ਦਿਓ। 50 ਰੁਪਏ ਕੋਈ ਜ਼ਿਆਦਾ ਨਹੀਂ ਗੇ, ਆਪਣੀ ਸਿਹਤ ਨਾਲੋਂ ਜ਼ਿਆਦਾ ਜ਼ਰੂਰੀ ਨਹੀਂ। ਇੱਕ ਮਹੀਨੇ ਦੇ 50 ਰੁਪਏ 1.5 ਰੁਪਈਆ ਸਾਰਾ ਹੀ ਬਣਦਾ ਹੈ ਇੱਕ ਦਿਨ ਦਾ। ਇਹ ਬੇਨਤੀਆਂ। ਬਾਕੀ ਜਿਹੜਾ ਖਾਦ ਦਾ ਹੈਗਾ, ਖਾਦ ਜਿਹੜੀ ਆਪਾਂ ਹੁਣ ਬਣਾਈ ਆ ਦਫ਼ਤਰ ਵੱਲੋਂ ਲਾ ਕੇ ਪਲਾਟ, ਉਹਦੇ ਵਿੱਚ ਆਪਣੀ ਪੁਰਾਣੀ ਜਿਹੜੀ ਦੇਸੀ ਖਾਦ ਹੁੰਦੀ ਸੀਗੀ ਇਹ ਉਹੀ ਚੀਜ਼ ਆ। ਇਹਦੇ ਨਾਲ ਆਪਣਾ ਪਹਿਲਾਂ ਕੋਈ ਨਹੀਂ ਨੁਕਸਾਨ ਹੁੰਦਾ ਹੈਗਾ। ਜਦੋਂ ਦੇਸੀ ਖਾਦਾਂ ਪੈਂਦੀਆਂ ਸੀ
ਫਸਲ ਨੂੰ ਤੇ ਬਹੁਤ ਵਧੀਆ ਸਰੀਰ ਰਹਿੰਦੇ ਹੈਗੇ। ਹੁਣ ਜਦੋਂ ਖਾਦਾਂ ਦੂਸਰੀਆਂ ਪੈਣ ਡਿਆ, ਕੈਮੀਕਲ ਪੈਣ ਡੇ ਆ, ਉਹਦੇ ਨਾਲ ਬਿਮਾਰੀਆਂ ਦਾ ਵਾਧਾ ਹੋ ਗਿਆ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹ ਖਾਦ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਗਾਂ ਨਰੋਗ ਭਾਰਤ ਤੇ ਪੰਜਾਬ ਨੂੰ ਅੱਗੇ ਲਿਜਾ ਸਕੀਏ ਤਾਂ ਲੋਕਾਂ ਦੀ ਸਿਹਤ ਬਿਲਕੁਲ ਤੰਦਰੁਸਤ ਰਹੀ ਜਾਵੇ। ਇਸ ਨਗਰ ਕੌਂਸਲ ਇਸ ਪ੍ਰੋਗਰਾਮ ਦੇ ਵਿੱਚ ਇਸ ਨਗਰ ਕੌਂਸਲ ਦੇ ਪ੍ਰਧਾਨ ਮੰਜੂ ਅਗਰਵਾਲ ਜੀ ਵੀ ਪਹੁੰਚੇ ਆ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਮੈਡਮ, ਅੱਜ ਦੇ ਇਸ ਉਸ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਉਲੀਕਿਆ ਗਿਆ, ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਗਾਂਧੀ ਦਿਵਸ ਦੀ ਸਭ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਬਹੁਤ ਹੀ ਵਧੀਆ ਅੱਜ ਦਾ ਜਿਹੜਾ ਮੈਸੇਜ ਰਿਹਾ ਯੋ ਸਾਹਿਬ ਰਾਮਜੀਤ ਜੀ ਉਹਨਾਂ ਦਾ, ਆਪਣੇ ਨਗਰ MC ਸਾਹਿਬ ਦਾ, ਜਸਪਾਲ ਸਿੰਘ ਜੀ ਉਹਨਾਂ ਦਾ, ਔਰ ਡੱਲੀ ਸਾਹਿਬ ਜੀ ਉਹਨਾਂ ਦਾ ਬੜਾ ਵਧੀਆ ਮੈਸੇਜ ਰਿਹਾ। ਇਹਨਾਂ ਦਾ ਮੈਸੇਜ ਇਹ ਆ ਕਿ ਇੱਕ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਇਕੱਲੇ 2 ਜਾਂ 4 ਬੰਦੇ ਨਹੀਂ ਕਰ ਸਕਦੇ। ਆਪਾਂ ਪੂਰਾ ਸ਼ਹਿਰ ਦੇ ਜਿੰਨੇ ਵੀ ਲੋਕ ਆ, ਆਪਾਂ ਇਹਦਾ ਧਿਆਨ ਰੱਖੀਏ ਤਾਂ ਕਿ ਸਾਨੂੰ ਚੰਗੀ ਸਿਹਤ ਮਿਲ ਸਕੇ। ਕੈਮਰਾਮੈਨ ਅਨੀਸ਼ ਦੇ ਨਾਲ ਮੈਂ ਸੰਤੋਸ਼ ਕੁਮਾਰ, ਜੀਵਨ ਲਹਿਰ ਨਿਊਜ਼।